ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਇਹ ਜੋ ਪਾਵਨ ਪਿੱਤਰ ਸ਼ਬਦ ਦੀ ਵਿਚਾਰ ਆਪ ਜੀ ਸਰਵਣ ਕਰਨ ਜਾ ਰਹੇ ਹੋ, ਸ਼੍ਰੋਮਣੀ ਭਗਤ ਧੰਨ ਕਬੀਰ ਸਾਹਿਬ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਪਿੱਤਰ ਸ਼ਬਦ ਆਸਾ ਰਾਗ ਵਿੱਚ ਜੁਗੋ ਜੁਗ ਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 480 ਉੱਤੇ ਅੰਕਿਤ ਹੈ। ਪਾਵਨ ਪਵਿੱਤਰ ਸ਼ਬਦ ਵਿੱਚ ਧੰਨ ਕਬੀਰ ਸਾਹਿਬ ਜੀ ਅਕਾਲ ਪੁਰਖ ਦੀ ਸਿਫਤ ਸਲਾਹ ਕਰਦੇ ਹੋਏ ਸਾਨੂੰ ਸੰਸਾਰੀ ਜੀਵਾਂ ਨੂੰ ਉਸ ਅਕਾਲ ਪੁਰਖ ਦੇ ਚਰਨਾਂ ਨਾਲ ਜੁੜਨ ਦਾ ਉਪਦੇਸ਼ ਦਿੰਦੇ ਹੋਏ ਆਪਣੀ ਪਾਵਨ ਪਵਿੱਤਰ ਬਾਣੀ ਵਿੱਚ ਉਪਦੇਸ਼ ਕਰਦੇ ਹਨ। ਧੰਨ ਕਬੀਰ ਸਾਹਿਬ ਜੀ ਇਸ ਪਾਵਨ ਪਵਿੱਤਰ ਸ਼ਬਦ ਵਿੱਚ ਉਪਦੇਸ਼ ਕਰਦੇ ਹਨ ਕਿ ਭਾਈ, ਜਦੋਂ ਸਾਡੇ ਸਰੀਰ ਵਿੱਚੋਂ ਪ੍ਰਾਣ ਨਿਕਲ ਜਾਂਦੇ ਹਨ, ਸਵਾਸ ਨਿਕਲ ਜਾਂਦੇ ਹਨ, ਅਸੀਂ ਮੁਰਦਾ ਹੋ ਜਾਂਦੇ ਹਾਂ, ਅਤੇ ਉਸ ਸਮੇਂ ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ ਜਿਹੜਾ ਸਾਡਾ ਸਰੀਰ ਦਾ ਮੁੱਖ ਅੰਗ, ਜਿਸ ਨੂੰ ਦਸਮ ਦੁਆਰ ਵੀ ਕਿਹਾ ਜਾਂਦਾ ਹੈ, ਇੱਥੇ ਧੰਨ ਕਬੀਰ ਸਾਹਿਬ ਜੀ ਸਾਡੇ ਦਿਮਾਗ ਨੂੰ ਗਗਨ ਨਗਰ ਆਖਦੇ ਹਨ ਕਿ ਸਾਡੇ ਸਰੀਰ ਦੇ ਮੁੱਖ ਅੰਗ ਦੇ ਦਿਮਾਗ ਦੇ ਵਿੱਚ ਇੱਕ ਬੂੰਦ ਵੀ ਖੂਨ ਦੀ ਬਾਕੀ ਨਹੀਂ ਰਹਿ ਜਾਂਦੀ। ਜਦੋਂ ਸਾਡੇ ਸਰੀਰ ਵਿੱਚੋਂ ਪ੍ਰਾਣ ਜੁਦਾ ਹੋ ਜਾਂਦੇ ਹਨ, ਅਸੀਂ ਮੁਰਦਾ ਕਰਾਰ ਦੇ ਦਿੱਤੇ ਜਾਂਦੇ ਹਾਂ। ਅਤੇ ਧੰਨ ਕਬੀਰ ਸਾਹਿਬ ਜੀ ਕਹਿੰਦੇ ਉਸ ਸਮੇਂ ਸਾਡੇ ਦਸਮ ਦੁਆਰ ਭਾਵ ਸਾਡੇ ਦਿਮਾਗ ਦੇ ਵਿੱਚ ਇੱਕ ਵੀ ਬੂੰਦ ਖੂਨ ਦੀ ਬਾਕੀ ਨਹੀਂ ਰਹਿ ਜਾਂਦੀ। ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਗਗਨ ਨਗਰ ਇੱਕ ਬੂੰਦ ਨਾ ਬਰਖੇ, ਨਾਦ ਕਹਾਂ ਜੋ ਸਮਾਨਾ। ਤੋ ਇਸ ਕਰਕੇ ਸਾਡੇ ਦਸਮ ਦੁਆਰ, ਸਾਡੇ ਦਿਮਾਗ ਦੇ ਵਿੱਚ ਜਿਹੜਾ ਖੂਨ ਹੈ ਬਿਲਕੁਲ ਸੁੱਕ ਜਾਂਦਾ ਹੈ, ਇੱਕ ਬੂੰਦ ਵੀ ਖੂਨ ਦੀ ਬਾਕੀ ਨਹੀਂ ਰਹਿ ਜਾਂਦੀ। ਜਦੋਂ ਸਾਡੇ ਸਰੀਰ ਵਿੱਚੋਂ ਪ੍ਰਾਣ ਜੁਦਾ ਹੋ ਜਾਂਦੇ ਹਨ ਅਤੇ ਸਾਡੇ ਮੁੱਖ ਵਿੱਚੋਂ ਕੋਈ ਬਚਨ ਨਹੀਂ ਨਿਕਲ ਸਕਦਾ, ਸਾਡੀ ਆਵਾਜ਼ ਬੰਦ ਹੋ ਜਾਂਦੀ ਹੈ। ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਗਗਨ ਨਗਰ ਇੱਕ ਬੂੰਦ ਨਾ ਬਰਖੇ, ਨਾਦ ਕਹਾਂ ਜੋ ਸਮਾਨਾ। ਨਾਦ ਆਵਾਜ਼ ਨੂੰ ਕਹਿੰਦੇ ਹਨ ਕਿ ਜਿਹੜੀ ਮਨੁੱਖ ਮੁੱਖ ਵਿੱਚੋਂ ਆਵਾਜ਼ ਕੱਢਦਾ ਸੀ ਜਾਂ ਬੋਲਦਾ ਸੀ ਭਾਈ, ਉਹ ਆਵਾਜ਼ ਖਤਮ ਹੋ ਜਾਂਦੀ ਹੈ। ਫਿਰ ਜੀਵ ਕਦੀ ਮੁੱਖ ਵਿੱਚੋਂ ਕੋਈ ਬਚਨ ਨਹੀਂ ਬੋਲ ਸਕਦਾ, ਗੱਲ ਨਹੀਂ ਕਰ ਸਕਦਾ, ਜਦੋਂ ਉਹਦੇ ਸਰੀਰ ਵਿੱਚੋਂ ਪ੍ਰਾਣ ਨਿਕਲ ਜਾਂਦੇ ਹਨ। ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਪਾਰ ਬ੍ਰਹਮ ਪਰਮੇਸ਼ਰ ਮਾਧੋ ਪਰਮਹੰਸ ਦੇ ਸਥਾਨਾ। ਹੇ ਪ੍ਰਭੂ, ਆਪ ਦਾ ਕੋਈ ਪਾਰ ਨਹੀਂ ਪਾ ਸਕਿਆ, ਆਪ ਮਾਇਆ ਦੇ ਪਤੀ ਹੋ, ਪਰਮੇਸ਼ਰ ਹੋ, ਅਕਾਲ ਪੁਰਖ। ਤਾਂ ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਹੇ ਪ੍ਰਭੂ, ਹੇ ਮਾਇਆ ਦੇ ਪਤੀ, ਹੇ ਪਰਮੇਸ਼ਰ ਅਕਾਲ ਪੁਰਖ, ਤੁਸੀਂ ਜੀਵ ਆਤਮਾ ਜਿਸ ਨੂੰ ਪਰਮਹੰਸ ਕਿਹਾ ਗਿਆ ਹੈ, ਉਹ ਸਰੀਰ ਵਿੱਚੋਂ ਕੱਢ ਕੇ ਕਿਸ ਜਗ੍ਹਾ 'ਤੇ ਲੈ ਜਾਂਦੇ ਹੋ। ਜਦੋਂ ਜੀਵ ਆਤਮਾ ਸਰੀਰ ਵਿੱਚ ਰਹਿ ਰਹੀ ਹੁੰਦੀ ਹੈ, ਪ੍ਰਾਣ ਵਸ ਰਹੇ ਹੁੰਦੇ ਹਨ, ਅਤੇ ਉਦੋਂ ਜੀਵ ਦੀ ਹੋਂਦ ਹੁੰਦੀ ਹੈ ਜਦੋਂ ਸਵਾਸਾਂ ਰੂਪੀ ਪੰਛੀ ਸਰੀਰ ਵਿੱਚੋਂ ਉੜ ਜਾਂਦਾ ਹੈ, ਇਹਦੀ ਹੋਂਦ ਖਤਮ ਹੋ ਜਾਂਦੀ ਹੈ। ਹੇ ਪਰਮਾਤਮਾ, ਹੇ ਮਾਇਆ ਦੇ ਪਤੀ ਅਕਾਲ ਪੁਰਖ, ਤੁਸੀਂ ਉਹ ਪਰਮਹੰਸ ਜੀਵ ਆਤਮਾ ਨੂੰ ਸਰੀਰ ਵਿੱਚੋਂ ਲੈ ਕੇ ਕਿੱਥੇ ਚਲੇ ਜਾਂਦੇ ਹੋ। ਪਾਰ ਬ੍ਰਹਮ ਪਰਮੇਸ਼ਰ ਮਾਧੋ ਪਰਮਹੰਸ ਦੇ ਸਦਾਨਾ, ਬਾਬਾ ਬੋਲਤੇ ਤੇ ਕਹਾਂ ਗਏ, ਦੇਹੀ ਕੇ ਸੰਗ੍ਰਹਿ ਤੇ। ਧੰਨ ਕਬੀਰ ਸਾਹਿਬ ਜੀ ਕਹਿੰਦੇ, ਹੈ ਮੇਰੇ ਪ੍ਰਭੂ, ਜਿਨ੍ਹਾਂ ਸਵਾਸਾਂ ਕਰਕੇ ਜੀਵ ਬੋਲਦੇ ਹਨ, ਗੱਲਾਂ ਬਾਤਾਂ ਕਰਦੇ ਹਨ, ਜਾਂ ਜਿਹੜੇ ਪ੍ਰਾਣ ਦੇਹੀ ਵਿੱਚ ਰਹਿੰਦੇ ਸਨ, ਸਰੀਰ ਵਿੱਚ ਰਹਿੰਦੇ ਸਨ, ਜਿਨ੍ਹਾਂ ਪ੍ਰਾਣਾਂ ਕਰਕੇ ਇਸ ਦੇਹੀ ਦੀ ਹੋਂਦ ਸੀ, ਇਹ ਸਰੀਰ ਚੱਲਦਾ ਫਿਰਦਾ ਸੀ। ਹੇ ਪ੍ਰਭੂ, ਤੂੰ ਉਸ ਸਰੀਰ ਵਿੱਚੋਂ ਪ੍ਰਾਣ ਕੱਢ ਕੇ ਕਿੱਥੇ ਲੈ ਜਾਂਦਾ ਹੈ। ਬਾਬਾ ਬੋਲਤੇ ਤੇ ਕਹਾਂ ਗਏ, ਦੇਹੀ ਕੇ ਸੰਗ੍ਰਹਿ ਤੇ। ਜਿਹੜੇ ਪ੍ਰਾਣ ਸਵਾਸ ਦੇਹੀ ਵਿੱਚ ਸਰੀਰ ਵਿੱਚ ਰਹਿੰਦੇ ਸਨ, ਜਿਨ੍ਹਾਂ ਸਵਾਸਾਂ ਕਰਕੇ ਮਨੁੱਖ ਬੋਲਦਾ ਹੈ, ਗੱਲਾਂ ਬਾਤਾਂ ਕਰਦਾ ਹੈ, ਪ੍ਰਭੂ, ਉਹ ਤੂੰ ਸਰੀਰ ਵਿੱਚੋਂ ਪ੍ਰਾਣ ਕੱਢ ਕੇ ਕਿੱਥੇ ਲੈ ਜਾਂਦਾ ਹੈ। ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਜਦੋਂ ਮਨੁੱਖ ਦੇ ਵਿੱਚ ਪ੍ਰਾਣ ਚੱਲ ਰਹੇ ਹੁੰਦੇ ਹਨ, ਜੀਵ ਆਤਮਾ ਸਰੀਰ ਵਿੱਚ ਬੈਠੀ ਹੈ, ਉਤਨੀ ਦੇਰ ਤੱਕ ਜਿਹੜਾ ਜੀਵ ਕਿਸ ਤਰ੍ਹਾਂ ਦੌੜਦਾ ਭੱਜਦਾ ਹੈ, ਨੱਚਦਾ ਟੱਪਦਾ ਹੈ। ਅਤੇ ਇਸ ਤਰ੍ਹਾਂ ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਸੁਰਤ ਮਾਹੇ ਜੋ ਨਿਰਤੇ ਕਰਤੇ। ਜਦੋਂ ਜੀਵ ਸੁਰਤੀ ਵਿੱਚ ਹੁੰਦਾ ਹੈ, ਇਹਦੀ ਸੁਰਤੀ ਕਾਇਮ ਹੁੰਦੀ ਹੈ, ਅਤੇ ਸਵਾਸ ਪ੍ਰਾਣ ਜਿਹੜੇ ਸਰੀਰ ਵਿੱਚ ਚੱਲ ਰਹੇ ਹੁੰਦੇ ਹਨ, ਦੇਹੀ ਦੇ ਵਿੱਚ ਵਸ ਰਹੇ ਹੁੰਦੇ ਹਨ, ਉਦੋਂ ਜੀਵ ਜਿਹੜਾ ਭਾਈ ਕਿਸ ਤਰ੍ਹਾਂ ਨੱਚਦਾ ਟੱਪਦਾ
ਦੌੜਦਾ ਫਿਰਦਾ ਸਾਰੇ ਕਾਰ ਵਿਹਾਰ ਕਰਦਾ ਹੈ ਤੇ ਕਥਾ ਵਾਰਤਾ ਕਹਤੇ ਤੇ ਇਸ ਤਰ੍ਹਾਂ ਇੱਕ ਦੂਜੇ ਨਾਲ ਜੀਵ ਵਿਚਾਰ ਵਟਾਂਦਰਾ ਵੀ ਕਰਦਾ ਹੈ, ਕਥਾ ਕਹਾਣੀਆਂ ਸੁਣਾਉਂਦਾ ਹੈ। ਸੁਰਤ ਮਾਹੇ ਜੋ ਨਿਰਤੇ ਕਰਤੇ, ਜੋ ਬੰਦਾ ਸੁਰਤੀ ਵਿੱਚ ਹੁੰਦਾ ਹੈ ਤੇ ਇਹਦੇ ਸਰੀਰ ਵਿੱਚ ਪ੍ਰਾਣ ਚੱਲ ਰਹੇ ਹੁੰਦੇ ਹਨ। ਤੇ ਧੰਨ ਕਬੀਰ ਸਾਹਿਬ ਜੀ ਕਹਿੰਦੇ ਜੋ ਨਿਰਤੇ ਕਰਤੇ, ਜਦੋਂ ਨੱਚਦਾ ਟੱਪਦਾ ਹੈ, ਦੌੜਦਾ ਭੱਜਦਾ ਹੈ ਜੀਵ, ਉਦੋਂ ਇਹਦੀ ਸੁਰਤੀ ਕਾਇਮ ਹੁੰਦੀ, ਇਹਦੇ ਸਰੀਰ 'ਚ ਪ੍ਰਾਣ ਚੱਲ ਰਹੇ ਹੁੰਦੇ ਹਨ ਤੇ ਉਦੋਂ ਇੱਕ ਦੂਜੇ ਦੇ ਨਾਲ ਵਿਚਾਰ ਵਟਾਂਦਰਾ ਕਰਦਾ ਹੈ। ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਬਜਾਮਨ ਹਾਰੋ ਕਹਾਂ ਗਇਓ, ਜਿਨ ਇਹੋ ਮੰਦਰ ਕੀਨਾ, ਜਿਸ ਪ੍ਰਮਾਤਮਾ ਨੇ ਮਾਂ ਦੇ ਗਰਭ ਸਥਾਨ ਤੇ ਜੀਵ ਦੇ ਸਰੀਰ ਦੀ ਬਣਤਰ ਬਣਾਈ, ਸਰੀਰ ਰੂਪੀ ਮੰਦਰ ਘੜਿਆ ਸੀ, ਉਸ ਨੇ ਹੀ ਸਰੀਰ ਰੂਪੀ ਮੰਦਰ ਬਣਾ ਕੇ ਇਹਦੇ ਵਿੱਚ ਜੀਵ ਆਤਮਾ ਪਾਈ ਹੈ, ਪ੍ਰਾਣ ਪਾਏ ਹਨ। ਧੰਨ ਕਬੀਰ ਸਾਹਿਬ ਜੀ ਕਹਿੰਦੇ ਉਹ ਇਸ ਸਰੀਰ ਨੂੰ ਚਲਾਉਣ ਵਾਲਾ ਜਾਂ ਬਣਾਉਣ ਵਾਲਾ ਇਸ ਸਰੀਰ ਰੂਪੀ ਮੰਦਰ ਵਿੱਚੋਂ ਪ੍ਰਾਣ ਕੱਢ ਕੇ ਕਿੱਥੇ ਲੈ ਜਾਂਦਾ ਹੈ। ਬਜਾਵਨ ਹਾਰੋ ਕਹਾਂ ਗਇਓ, ਜਿਹਨੇ ਇਹ ਮੰਦਰ ਕੀਨਾ, ਇਸ ਸਰੀਰ ਨੂੰ ਚਲਾਉਣ ਵਾਲਾ ਜਾਂ ਇਸ ਦੀ ਬਣਤਰ ਬਣਾਉਣ ਵਾਲਾ ਪ੍ਰਮਾਤਮਾ ਜਿਹੜਾ ਹੈ, ਜਿਸ ਨੇ ਸਰੀਰ ਰੂਪੀ ਮੰਦਰ ਨੂੰ ਘੜਿਆ ਸੀ, ਇਹਦੇ ਵਿੱਚ ਪ੍ਰਾਣ ਪਾਏ ਸਨ, ਸਵਾਸ ਪਾਏ ਸਨ, ਉਹ ਭਾਈ ਇਸ ਸਰੀਰ ਵਿੱਚੋਂ ਪ੍ਰਾਣ ਕੱਢ ਕੇ ਪਤਾ ਨਹੀਂ ਕਿੱਥੇ ਲੈ ਜਾਂਦਾ ਹੈ। ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਜਦੋਂ ਸਰੀਰ ਵਿੱਚੋਂ ਪ੍ਰਾਣ ਨਿਕਲ ਜਾਂਦੇ ਹਨ ਤੇ ਜੀਵ ਦੀ ਸੁਰਤੀ ਕਾਇਮ ਨਹੀਂ ਰਹਿੰਦੀ, ਸੁਰਤੀ ਖਤਮ ਹੋ ਜਾਂਦੀ ਹੈ। ਸਾਖੀ ਸ਼ਬਦ ਸੁਰਤ ਨਹੀਂ ਉਪਜੈ। ਹੁਣ ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ ਕਿ ਜੀਵ ਦੇ ਅੰਦਰ ਜਦੋਂ ਪ੍ਰਾਣ ਖਤਮ ਹੋ ਗਏ ਹਨ, ਇਹ ਕੋਈ ਸ਼ਬਦ ਨਹੀਂ ਉਚਾਰ ਸਕਦਾ, ਇਹ ਸੁਰਤੀ ਵਿੱਚ ਨਹੀਂ ਹੈ, ਇਹਦੀ ਸੁਰਤੀ ਕਾਇਮ ਨਹੀਂ ਰਹਿੰਦੀ। ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਖਿੰਚ ਤੇ ਸਭ ਲੀਨਾ, ਇਹ ਸਰੀਰ ਵਿੱਚੋਂ ਪ੍ਰਾਣ ਖਿੱਚ ਲੈਂਦਾ ਹੈ, ਜੀਵ ਦਾ ਤੇਜ ਤਪ ਸਾਰਾ ਖਿੱਚ ਲੈਂਦਾ ਹੈ ਤੇ ਉਸ ਨੂੰ ਮਿੱਟੀ ਦੀ ਢੇਰੀ, ਖਾਕ ਦੀ ਢੇਰੀ ਵਿੱਚ ਮਿਲਾ ਦਿੰਦਾ ਹੈ। ਸਾਖੀ ਸ਼ਬਦ ਸੁਰਤ ਨਹੀਂ ਉਪਜੈ, ਖਿੰਚ ਤੇਜ ਸਭ ਲੀਨਾ, ਸਾਰਾ ਤੇਜ ਤਪ ਖਿੱਚ ਲੈਂਦਾ ਹੈ, ਪ੍ਰਾਣ ਖਿੱਚ ਲੈਂਦਾ ਹੈ। ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਜਦੋਂ ਸਰੀਰ ਮੁਰਦਾ ਹੋ ਜਾਂਦਾ ਹੈ ਭਾਈ, ਇਹਦੇ ਸਰੀਰ ਵਿੱਚੋਂ ਪ੍ਰਾਣ ਨਿਕਲ ਜਾਂਦੇ ਹਨ ਤੇ ਇਹਦੇ ਕੰਨ ਬੋਲੇ ਹੋ ਜਾਂਦੇ ਹਨ। ਸਰਵਨ ਬਿਕਲ ਭਏ ਸੰਗ ਤੇਰੇ, ਉਦੋਂ ਭਾਈ ਜਦੋਂ ਤੇਰੇ ਸਰੀਰ ਵਿੱਚੋਂ ਪ੍ਰਾਣ ਨਿਕਲ ਗਏ, ਤੂੰ ਕੰਨਾਂ ਤੋਂ ਬੋਲਾ ਹੋ ਜਾਣਾ ਹੈ, ਫਿਰ ਤੂੰ ਕਿਸੇ ਦੀ ਆਵਾਜ਼ ਨਹੀਂ ਸੁਣੇਗਾ। ਸਰਵਨ ਬਿਕਲ ਭਏ ਸੰਗ ਤੇਰੇ, ਇੰਦਰੀ ਕਾ ਬਲ ਥਾਕਾ, ਤੇ ਤੇਰੇ ਇੰਦਰੀ ਵੀ ਜਿਹੜੇ ਹਨ ਉਹ ਕੰਮ ਕਰਨਾ ਛੱਡ ਦੇਣਗੇ, ਉਹ ਬਲਹੀਣ ਹੋ ਜਾਣਗੇ। ਇਸ ਕਰਕੇ ਭਾਈ ਤੇਰੇ ਗਿਆਨ ਇੰਦਰੀ ਤੇ ਖਤਮ ਹੋ ਜਾਣਗੇ, ਉਹਨਾਂ ਦਾ ਬਲ ਖਤਮ ਹੋ ਜਾਵੇਗਾ ਤੇ ਕੰਨ ਤੇਰੇ ਬੋਲੇ ਹੋ ਜਾਣਗੇ, ਤੂੰ ਕਿਸੇ ਦੀ ਆਵਾਜ਼ ਨਹੀਂ ਸੁਣ ਪਾਵੇਂਗਾ। ਧੰਨ ਕਬੀਰ ਸਾਹਿਬ ਕਹਿੰਦੇ ਹਨ, ਜਦੋਂ ਮਨੁੱਖ ਮੁਰਦਾ ਹੋ ਜਾਂਦਾ ਹੈ ਭਾਈ, ਸਰੀਰ ਵਿੱਚੋਂ ਪ੍ਰਾਣ ਜੁਦਾ ਹੋ ਜਾਂਦੇ ਹਨ ਤੇ ਮਨੁੱਖ ਇੱਕ ਕਦਮ ਵੀ ਅੱਗੇ ਨਹੀਂ ਚੱਲ ਸਕਦਾ, ਚੱਲ ਰਹੇ ਇਹਦੇ ਪੈਰ ਤੁਰੰਤ ਰੁਕ ਜਾਂਦੇ ਹਨ, ਕਰ ਢਰਕ ਭਰੇ ਇਹਦੇ ਹੱਥ ਹੇਠਾਂ ਲੰਮ ਪੈਂਦੇ ਹਨ, ਕੋਈ ਹੱਥਾਂ ਦੇ ਵਿੱਚ ਵਸਤੂ ਨਹੀਂ ਫੜ ਸਕਦਾ, ਕੋਈ ਹੱਥਾਂ ਨਾਲ ਕਾਰਜ ਨਹੀਂ ਕਰ ਸਕਦਾ। ਮੁਖੋਂ ਨਾ ਨਿਕਸੇ ਬਾਤਾ, ਇਹਦੇ ਮੁਖ ਵਿੱਚੋਂ ਕੋਈ ਆਵਾਜ਼ ਨਹੀਂ ਨਿਕਲ ਸਕਦੀ, ਕਿਉਂਕਿ ਸਵਾਸਾਂ ਕਰਕੇ ਹੀ ਮਨੁੱਖ ਜਿਹੜਾ ਉਹ ਤੁਰਦਾ ਫਿਰਦਾ ਹੈ, ਹੱਥ ਪੈਰ ਇਹਦੇ ਕੰਮ ਕਰਦੇ ਹਨ ਤੇ ਮੁਖ ਵਿੱਚੋਂ ਆਵਾਜ਼ ਨਿਕਲਦੀ ਹੈ। ਜਦੋਂ ਪ੍ਰਾਣ ਸਰੀਰ ਵਿੱਚੋਂ ਨਿਕਲ ਜਾਣ, ਇਹਦੇ ਪੈਰ ਤੁਰਨ ਤੋਂ ਰੁਕ ਜਾਂਦੇ ਹਨ, ਹੱਥ ਕੰਮ ਕਰਨ ਤੋਂ ਰੁਕ ਜਾਂਦੇ ਹਨ, ਇਹਦੇ ਮੁਖ ਵਿੱਚੋਂ ਕੋਈ ਆਵਾਜ਼ ਨਹੀਂ ਨਿਕਲ ਸਕਦੀ। ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਜਦੋਂ ਸਰੀਰ ਵਿੱਚੋਂ ਪ੍ਰਾਣ ਜੁਦਾ ਹੋ ਜਾਂਦੇ ਹਨ ਭਾਈ, ਇਹ ਪੰਜ ਵਿਕਾਰ ਜਿਹੜੇ ਸਾਡੇ ਸਰੀਰ ਵਿੱਚ ਚੋਰਾਂ ਦੀ ਨਿਆਈ ਰਹਿ ਰਹੇ ਸਨ, ਥਾਕੇ ਪੰਜ ਦੂਤ ਸਭ ਤਸਕਰ, ਤਸਕਰ ਚੋਰਾਂ ਨੂੰ ਕਹਿੰਦੇ ਹਨ ਕਿ ਜਿਸ ਤਰ੍ਹਾਂ ਚੋਰਾਂ ਦੀ ਨਿਆਈ ਸਾਡੇ ਸਰੀਰ ਵਿੱਚ ਕਾਮ ਤੋਂ ਹੰਕਾਰ, ਪੰਜ ਦੁਸ਼ਮਣ, ਪੰਜ ਵੈਰੀ, ਪੰਜ ਦੂਤ ਸਾਡੇ ਸਰੀਰ ਵਿੱਚ ਰਹਿ ਰਹੇ ਸਨ, ਜਦੋਂ ਪ੍ਰਾਣ ਨਿਕਲ ਜਾਂਦੇ ਹਨ, ਇਹ ਪੰਜ ਵਿਕਾਰ ਵੀ ਸਰੀਰ ਚੋਂ ਨਿਕਲ ਕੇ ਇੱਕ ਪਾਸੇ ਹੋ ਜਾਂਦੇ ਹਨ। ਉਹ ਜੋ ਜੀਵ ਨੂੰ ਭਟਕਣਾ ਵਿੱਚ ਪਾਈ ਰੱਖਦੇ ਹਨ। ਥਾਕੇ ਪੰਜ ਦੂਤ ਸਭ ਤਸਕਰ, ਆਪ ਆਪਣੇ ਭਰਮਤੇ ਤੋਂ ਜੀਵਾਂ ਨੂੰ ਭਰਮਾਂ ਵਿੱਚ ਭੜਕਾਈ ਰੱਖਦੇ, ਉਹ ਭਾਈ ਪੰਜ ਦੂਤ ਵੀ ਦੁਸ਼ਮਣ ਚੋਰਾਂ ਦੀ ਨਿਆਈ ਸਾਡੇ ਸਰੀਰ ਵਿੱਚ ਜੋ ਰਹਿ ਰਹੇ ਸਨ, ਉਹ ਸਰੀਰ ਵਿੱਚੋਂ ਨਿਕਲ ਕੇ ਇੱਕ ਪਾਸੇ ਹਟ ਜਾਂਦੇ ਹਨ ਤੇ ਜੀਵ ਆਤਮਾ ਜਿਹੜੀ ਉਹ ਇਕੱਲੀ ਪਕੜੀ ਜਾਂਦੀ ਹੈ। ਧੰਨ ਕਬੀਰ ਸਾਹਿਬ ਜੀ ਕਹਿੰਦੇ, ਥਾਕਾ ਮਨ ਕੁੰਚਰ ਉਹ ਥਾਕਾ, ਜਿਹੜਾ ਮਨ ਹੈ ਉਹ ਵੀ ਜਿਸ ਤਰ੍ਹਾਂ ਹਾਥੀ ਦੀ ਤਰ੍ਹਾਂ ਹੰਕਾਰ ਵਿੱਚ ਆਫਰਿਆ ਰਹਿੰਦਾ ਸੀ, ਉਹ ਵੀ ਭਾਈ ਸਰੀਰ ਵਿੱਚੋਂ ਇੱਕ ਪਾਸੇ ਜੁਦਾ ਹੋ ਜਾਂਦਾ ਹੈ ਤੇ ਜੀਵ ਆਤਮਾ ਜਿਹੜੀ ਉਹ ਪਕੜੀ ਜਾਂਦੀ ਹੈ। ਥਾਕਾ ਮਨ ਕੁੰਚਰ ਔਰ ਥਾਕਾ ਤੇਜ ਸੂਤ ਰਮਤੇ, ਸਾਰੇ ਜਿਹੜੇ ਸਾਡੇ ਗਿਆਨ ਇੰਦਰੀ ਹਨ ਉਹ ਰਮਤੇ ਹੋ ਜਾਂਦੇ ਹਨ ਭਾਈ।
ਬਲਹੀਣ ਹੋ ਜਾਂਦੇ ਹਨ, ਕੰਮ ਕਰਨਾ ਛੱਡ ਦਿੰਦੇ ਹਨ ਤੇ ਮਨ ਜਿਹੜਾ ਹੈ ਜੋ ਕਦੀ ਸਰੀਰ ਵਿੱਚ ਰਹਿੰਦਾ, ਜਦੋਂ ਹਾਥੀ ਦੀ ਤਰ੍ਹਾਂ ਆਫਰਿਆ ਰਹਿੰਦਾ ਸੀ, ਉਹ ਵੀ ਸਰੀਰ ਵਿੱਚੋਂ ਨਿਕਲ ਕੇ ਇੱਕ ਪਾਸੇ ਹੋ ਜਾਂਦਾ ਹੈ। ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਜਦੋਂ ਸਾਡੇ ਸਰੀਰ ਵਿੱਚੋਂ ਪ੍ਰਾਣ ਜੁਦਾ ਹੁੰਦੇ ਹਨ ਭਾਈ, ਅਸੀਂ ਮ੍ਰਿਤਕ ਕਰਾ ਦਿੱਤੇ ਜਾਂਦੇ ਹਾਂ, ਉਦੋਂ ਸਾਡੇ 10 ਦਰਵਾਜ਼ੇ ਜਿਹੜੇ ਸਰੀਰ ਦੇ ਉਹ ਬੰਦ ਹੋ ਜਾਂਦੇ ਹਨ। ਮ੍ਰਿਤਕ ਭਏ ਦਸੇ ਬੰਦ ਛੂਟੇ, ਮਿੱਤਰ ਭਾਈ ਸਭ ਛੋਰੇ। ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਜਦੋਂ ਭਾਈ ਸਾਡੇ ਵਿੱਚੋਂ ਪ੍ਰਾਣ ਨਿਕਲ ਜਾਂਦੇ ਹਨ, ਅਸੀਂ ਮੁਰਦਾ ਹੋ ਜਾਂਦੇ ਹਨ ਤੇ ਇਸ ਕਰਕੇ ਸਾਡੇ 10 ਦਰਵਾਜ਼ੇ ਸਰੀਰ ਦੇ ਬੰਦ ਹੋ ਜਾਂਦੇ ਹਨ। ਅਸੀਂ ਮਿੱਤਰ ਭਾਈ ਸਾਖ ਸੰਬੰਧੀ ਧੀਆਂ ਪੁੱਤਰ ਆਦਿ ਛੱਡ ਕੇ ਇਕੱਲੇ ਹੀ ਸੰਸਾਰ ਤੋਂ ਕੂਚ ਕਰਦੇ ਹਾਂ। ਮ੍ਰਿਤਕ ਭਏ ਦਸੇ ਬੰਦ ਛੂਟੇ, ਮਿੱਤਰ ਭਾਈ ਸਭ ਛੋਰੇ। ਜਦੋਂ ਭਾਈ ਸਾਡੇ ਸਰੀਰ ਵਿੱਚੋਂ ਪ੍ਰਾਣ ਨਿਕਲ ਗਏ, ਸਾਡੇ 10 ਦਰਵਾਜ਼ੇ ਬੰਦ ਹੋ ਜਾਣੇ ਹਨ ਤੇ ਮਿੱਤਰਾਂ ਭਾਈਆਂ ਨੂੰ, ਸਾਖ ਸੰਬੰਧੀਆਂ ਨੂੰ ਛੱਡ ਕੇ ਇਕੱਲਿਆਂ ਨੇ ਇਸ ਸੰਸਾਰ ਤੋਂ ਕੂਚ ਕਰਨਾ ਹੈ। ਧੰਨ ਕਬੀਰ ਸਾਹਿਬ ਜੀ ਅੰਤ ਵਿੱਚ ਕਹਿੰਦੇ ਹਨ, ਕਹਿਤ ਕਬੀਰ ਜੋ ਹਰ ਧਿਆਵੇ, ਜੀਵਨ ਬੰਧਨ ਤੋਰੇ। ਕਿ ਭਾਈ ਜੋ ਜਿਉਂਦਿਆਂ ਜੀ ਪਰਮਾਤਮਾ ਨੂੰ ਯਾਦ ਰੱਖਦੇ ਹਨ, ਉਹਦੀ ਬੰਦਗੀ ਤੇ ਸਿਮਰਨ ਕਰਦੇ ਹਨ, ਉਹ ਜਿਉਂਦਿਆਂ ਜੀ ਆਪਣੇ 84 ਦੇ ਬੰਧਨ ਇੱਥੇ ਕੱਟ ਕੇ ਜਾਂਦੇ ਹਨ। ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਕਹਿਤ ਕਬੀਰਾ ਜੋ ਹਰ ਧਿਆਵੇ, ਜੀਵਨ ਬੰਧਨ ਤੋਰੇ। ਕਿ ਜੋ ਜਿਉਂਦਿਆਂ ਜੀ ਸੰਸਾਰ ਉੱਤੇ ਚੰਗੇ ਕਰਮ ਕਰਕੇ ਜਾਂਦੇ ਹਨ, ਪਰਮਾਤਮਾ ਦੀ ਬੰਦਗੀ ਤੇ ਸਿਮਰਨ ਕਰਕੇ ਜਾਂਦੇ ਹਨ, ਭਾਈ ਨਾਮ ਰੂਪੀ ਧਨ ਇਕੱਠਾ ਕਰਕੇ ਲਿਜਾਂਦੇ ਹਨ, ਉਹ ਮਾਨੋ ਕਿ 84 ਦੇ ਬੰਧਨ ਇੱਥੇ ਕੱਟ ਕੇ ਜਾਂਦੇ ਹਨ। ਉਹਨਾਂ ਦਾ ਸੰਸਾਰ ਉੱਤੇ ਫਿਰ ਦੁਬਾਰਾ ਜਨਮ ਨਹੀਂ ਹੁੰਦਾ, ਉਹ ਆਉਣ ਜਾਣ ਦੇ ਚੱਕਰ ਤੋਂ ਮੁਕਤ ਹੋ ਜਾਂਦੇ ਹਨ। 84 ਦੇ ਬੰਧਨਾਂ ਤੋਂ ਮੁਕਤ ਹੋ ਕੇ ਸਦੀਵੀ ਉਹਨਾਂ ਨੂੰ ਪਰਮਾਤਮਾ ਦੇ ਚਰਨਾਂ ਵਿੱਚ ਨਿਵਾਸ ਮਿਲਦਾ ਹੈ। ਧੰਨ ਕਬੀਰ ਸਾਹਿਬ ਜੀ ਕਹਿੰਦੇ ਹਨ, ਕਹਿਤ ਕਬੀਰਾ ਜੋ ਹਰ ਧਿਆਵੇ, ਜੀਵਨ ਬੰਧਨ ਤੋਰੇ। ਸੋ ਆਓ ਧੰਨ ਕਬੀਰ ਸਾਹਿਬ ਜੀ ਦੇ, ਧੰਨ ਗੁਰੂ ਸਤਿਗੁਰਾਂ ਦੀ ਪਵਿੱਤਰ ਬਾਣੀ ਦੇ ਵਿਚਾਰ ਹਿਰਦੇ ਰੂਪੀ ਕਰਜ ਵਸਾ ਕੇ ਸੇਵਾ ਸੁਣ ਕਰਦੇ ਆਪਣਾ ਮੁਖਾ ਜਮ ਸਫਲਾ ਕਰੀਏ। ਸਤਿਗੁਰਾਂ ਦੀ ਪਵਿੱਤਰ ਬਾਣੀ ਦੀ ਵਿਚਾਰ ਕਰਦੇ ਸਮੇਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਜਾਣੀਆਂ। ਸਾਧ ਸੰਗਤ ਜੀ ਆਪ ਸਰਬ ਸੰਗਤਾਂ ਗੁਰੂ ਸਾਹਿਬਾਨ ਜੀ ਬਖਸ਼ਣਯੋਗ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।